ਸਾਡੇ ਕੋਲ 20 ਤੋਂ ਲੈ ਕੇ 40 ਪੇਸ਼ੈਂਟ ਜਿਹੜੇ ਬਹੁਤ ਸੀਰੀਅਸਲੀ ਇੰਜਰਡ ਹੈ ਉਹ ਆਉਂਦੇ ਆ ਤੇ ਇਸ ਦੀ ਗਰਦਨ ਨੂੰ ਸਾਨੂੰ ਬਿਲਕੁਲ ਸਪੋਰਟ ਦੇ ਕੇ ਗਰਦਨ ਨੂੰ ਇਮੋਬਿਲਾਈਜ਼ ਕਰਕੇ ਪੇਸ਼ੈਂਟ ਨੂੰ ਸਟ੍ਰੈਚਰ ਤੇ ਸ਼ਿਫਟ ਕਰਨਾ ਹੁੰਦਾ ਹੈ। ਫਿਰ ਜਦੋਂ ਪੇਸ਼ੈਂਟ ਆਂਦਾ ਹੈ ਜੇ ਉਹ ਪੇਸ਼ੈਂਟ ਉੱਥੇ ਹੀ ਬਲੀਡ ਕਰ ਰਿਹਾ ਹੋਏ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਇਹਦੀ ਬਲੀਡਿੰਗ ਨੂੰ ਮੈਨੂੰ ਰੋਕਣ ਲਈ ਕੀ ਲਗਾਉਣਾ ਹੈ। ਇਹ ਦੋ ਚੀਜ਼ਾਂ ਸੜਕ ਤੇ ਬਹੁਤ ਜ਼ਰੂਰੀ ਹੈ ਕਿ ਬਲੀਡਿੰਗ ਨੂੰ ਰੋਕਣਾ ਹੈ और दूसरी गल है नेक ਨੂੰ बचाना है। एक तो हम कहते हैं हार्ड बोर्ड या स्पाइन बोर्ड जिस पे रख के पेशेंट को शिफ्ट करना चाहिए। ਪੀਜੀਆਈ ਚੰਡੀਗੜ੍ਹ ਦੇ ਵਿੱਚ ਲੱਖਾਂ ਐਮਰਜੈਂਸੀ ਕੇਸਿਸ ਆਉਂਦੇ ਨੇ। ਖਾਸ ਤੌਰ ਤੇ ਟਰਾਮਾ ਸੈਂਟਰ ਹੈ ਜਿਹੜਾ ਪੀਜੀਆਈ ਦਾ ਐਡਵਾਂਸ ਟਰਾਮਾ ਸੈਂਟਰ, ਉਹਦੇ ਵਿੱਚ ਬਹੁਤ ਸਾਰੇ ਜਿਹੜੇ ਕੇਸਿਸ ਆਉਂਦੇ ਨੇ, ਕਈ ਸੀਰੀਅਸ ਕੇਸਿਸ ਹੁੰਦੇ ਨੇ। ਸੋ ਇਸ ਤਰ੍ਹਾਂ ਦੇ ਜਿਹੜੇ ਐਮਰਜੈਂਸੀ ਕੇਸਿਸ ਹੁੰਦੇ ਨੇ ਉਹਨਾਂ ਨੂੰ ਕਿਵੇਂ ਡੀਲ ਕਰਨਾ ਜੋ ਹਸਪੀਟਲ ਆਉਣ ਤੋਂ ਬਾਅਦ ਵੀ, ਤੇ ਖਾਸ ਤੌਰ ਤੇ ਜਾਣਕਾਰੀ ਉਹਨਾਂ ਲਈ ਵੀ ਬੜੀ ਜ਼ਰੂਰੀ ਹੈ ਜਿਹੜੇ ਉਹਨਾਂ ਪੇਸ਼ੈਂਟਸ ਨੂੰ ਉੱਥੋਂ ਹਸਪੀਟਲ ਤੱਕ ਜਦੋਂ ਪਹੁੰਚਾਉਂਦੇ ਨੇ ਤਾਂ ਉਦੋਂ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਹੈਂਡਲਿੰਗ ਹੈ ਜਿਹੜੀ ਉਹ ਕਰਨੀ ਚਾਹੀਦੀ ਹੈ। ਸੋ ਇਸ ਬਾਰੇ ਅਸੀਂ ਗੱਲਬਾਤ ਕਰਾਂਗੇ। ਪੀਜੀਆਈ ਦੇ ਡਾਕਟਰ ਸਾਡੇ ਨਾਲ ਮੌਜੂਦ ਨੇ, ਡਾਕਟਰ ਕਾਜਲ ਜੈਨ ਨੇ, ਡਾਕਟਰ ਨਿਧੀ ਭਾਟੀਆ ਜੀ ਨੇ। ਉਹ ਦੱਸਣਗੇ ਜਿਹੜੇ ਟਾਈਮ ਟੂ ਟਾਈਮ ਅਵੇਅਰ ਵੀ ਕਰਦੇ ਰਹਿੰਦੇ ਨੇ, ਚਾਹੇ ਉਹ ਪੁਲਿਸ ਵਾਲੇ ਹੋਣ, ਉਹਨਾਂ ਨੂੰ ਵੀ ਅਵੇਅਰਨੈਸ ਜਿਹੜੀ ਉਹਨਾਂ 'ਚ ਸਪਰੈਡ ਕਰਦੇ ਨੇ ਵੀ ਕਿਵੇਂ ਉਸ ਤਰ੍ਹਾਂ ਦੇ ਜਿਹੜੇ ਪੇਸ਼ੈਂਟਸ ਨੂੰ ਡੀਲ ਕਰਨਾ ਹੁੰਦਾ। ਸੋ ਗੱਲਬਾਤ ਕਰਾਂਗੇ। ਮੈਮ ਪਹਿਲਾਂ ਤਾਂ ਇਹ ਦੱਸੋ ਵੀ ਕਿੰਨੇ ਕੁ ਕੇਸਿਸ ਨੇ ਜਿਹੜੇ ਉਹ ਐਮਰਜੈਂਸੀ ਦੇ ਪੀਜੀਆਈ ਦੇ ਵਿੱਚ ਆਉਂਦੇ ਨੇ? ਦੇਖੋ ਜੀ, ਰੋਜ਼ ਦੇ ਸਾਡੇ ਕੋਲ 20 ਤੋਂ ਲੈ ਕੇ 40 ਪੇਸ਼ੈਂਟ ਜਿਹੜੇ ਬਹੁਤ ਸੀਰੀਅਸਲੀ ਇੰਜਰਡ ਹੈ ਉਹ ਆਉਂਦੇ ਆ। ਆਉਣ ਨੂੰ ਤਾਂ ਬਹੁਤ ਪੇਸ਼ੈਂਟ ਆ ਸਕਦੇ ਆ, ਬਟ ਜਿਹੜੇ ਕਿਤੇ ਹੋਰ ਨਹੀਂ ਟਰੀਟ ਹੋ ਸਕਦੇ, ਦੈਟ ਯੂ ਕੈਨ ਸੇਫਲੀ ਸੇ ਕਿ ਦਿਨ ਦੇ ਵੇਲੇ ਵੀਕ ਆ ਜਾਂਦੇ ਆ, ਰਾਤ ਦੇ ਵੇਲੇ ਵੀ ਇੰਨੇ ਆ ਹੀ ਜਾਂਦੇ ਆ। ਸੋ ਐਨੀਵੇਅਰ ਬਿਟਵੀਨ 20 to 40 ਪਰ ਡੇ ਸਾਡੇ ਟਰਾਈ 'ਚ ਆ ਜਾਂਦੇ ਨੇ। ਤੇ ਮੈਮ ਕਿਵੇਂ ਉਹਨਾਂ ਨੂੰ ਜਿਹੜੇ ਉਹਨਾਂ ਕੇਸਿਸ ਨੂੰ, ਉਹਨਾਂ ਪੇਸ਼ੈਂਟਸ ਨੂੰ ਸੰਭਾਲਣਾ ਹੈ ਹਸਪੀਟਲ ਆਉਣ ਤੋਂ ਬਾਅਦ ਤੇ ਉਸ ਤੋਂ ਪਹਿਲਾਂ ਵੀ? ਸੋ ਕਿਹੜੀ ਚੀਜ਼ਾਂ ਜਿਹੜੀਆਂ ਨੇ ਉਹ ਧਿਆਨ 'ਚ ਰੱਖਣੀ ਚਾਹੀਦੀਆਂ ਜਿਹੜੀਆਂ ਤੁਸੀਂ ਦੱਸਦੇ ਹੋ ਡਾਕਟਰਸ ਨੂੰ? ਐਕਚੁਅਲੀ ਇਹਦੇ ਲਈ ਬੜਾ ਸਟਰਕਚਰਡ ਟ੍ਰੇਨਿੰਗ ਕੰਮ ਪ੍ਰੋਗਰਾਮ ਹੁੰਦਾ ਹੈ ਜੋ ਕਿ ਸਾਡੀ ਕੰਟਰੀ ਵੀ ਕਰ ਰਹੀ ਹੈ। ਉਹਨੂੰ ਕਹਿੰਦੇ ਐਡਵਾਂਸ ਟਰਾਮਾ ਲਾਈਫ ਸਪੋਰਟ ਟ੍ਰੇਨਿੰਗ, ਕਿਉਂਕਿ ਗੋਲਡਨ ਆਰ ਹੁੰਦਾ ਇੱਕ। ਗੋਲਡਨ ਆਰ ਦਾ ਮਤਲਬ ਹੁੰਦਾ ਕਿ ਵਿਦਿਨ 1 ਆਰ ਕੁਝ ਇੰਟਰਵੈਂਸ਼ਨ ਸਾਨੂੰ ਕਰਨੀਆਂ ਪੈਂਦੀਆਂ। ਜੇ ਅਸੀਂ ਨਹੀਂ ਕਰੀਏ ਤਾਂ ਪੇਸ਼ੈਂਟ ਦੀ ਲਾਈਫ ਦੇ ਵਿੱਚ ਉਹ ਉਹਨਾਂ ਨੂੰ ਨੁਕਸਾਨ ਪਹੁੰਚਾ ਸਕਦੀਆਂ। ਜਿਸ ਤਰ੍ਹਾਂ ਫੋਰ ਐਗਜ਼ਾਮਪਲ ਇੱਕ ਪੇਸ਼ੈਂਟ ਦਾ ਸਪੋਜ਼ ਕਰ ਲਓ ਸਪੀਡਿੰਗ ਕਾਰ ਦਾ ਐਕਸੀਡੈਂਟ ਹੋਇਆ ਮੋਟਰਸਾਈਕਲ ਦੇ ਨਾਲ। ਮੋਟਰਸਾਈਕਲ ਦੇ ਜਿਹੜਾ ਸਵਾਰ ਸੀ ਹੀ ਇਜ਼ ਨਾਟ ਵੇਅਰਿੰਗ ਅ ਹੈਲਮਟ। ਹੁਣ ਉਹ ਥੱਲੇ ਗਿਰ ਗਿਆ, ਉਹ ਬੇਹੋਸ਼ ਹੋ ਗਿਆ। ਸਾਡੀ ਕੰਟਰੀ ਦੇ ਵਿੱਚ ਇਸ ਤਰ੍ਹਾਂ ਦੇ ਪੇਸ਼ੈਂਟ ਨੂੰ ਸਭ ਤੋਂ ਪਹਿਲਾਂ ਕੌਣ ਦੇਖਦਾ ਹੈ? ਮੋਸਟਲੀ ਬਾਈਸਟੈਂਡਰ ਜਾਂ ਫਿਰ ਕੋਈ ਪੁਲਿਸ ਵਾਲਾ। ਤਾਂ ਉਹਨਾਂ ਚੋਂ ਦੋਨਾਂ ਚੋਂ ਇੱਕ ਬੰਦਾ ਇਹਨਾਂ ਨੂੰ ਕਿਸੇ ਵੀ ਨਾਲ ਦੇ ਨਜ਼ਦੀਕ ਦੇ ਹਸਪਤਾਲ ਲਿਜਾਏਗਾ। ਤਾਂ ਇਟ ਬਿਕਮਸ ਵੈਰੀ ਇੰਪੋਰਟੈਂਟ ਕਿ ਉਹ ਬੰਦਾ ਉਹਨਾਂ ਨੂੰ ਉੱਥੋਂ ਦੀ ਉਠਾਉਂਦਾ ਕਿਸ ਤਰ੍ਹਾਂ ਤੇ ਉਹਨਾਂ ਨੂੰ ਸਟ੍ਰੈਚਰ ਤੇ ਕਿਵੇਂ ਲਿਟਾਉਂਦਾ ਤੇ ਕਿਵੇਂ ਸਾਡੇ ਕੋਲ ਲੈ ਕੇ ਆਉਂਦਾ। ਦੈਟ ਇਜ਼ ਦਾ ਆਨਸਰ ਟੂ ਯੋਰ ਫਰਸਟ ਕੁਐਸਚਨ। ਔਰ ਉਹਨੂੰ ਕਰਾਉਣ ਲਈ ਇੱਕ ਬਹੁਤ ਟ੍ਰੇਨਿੰਗ ਪ੍ਰੋਗਰਾਮ ਦੀ ਜ਼ਰੂਰਤ ਹੁੰਦੀ ਹੈ, ਕਿਉਂਕਿ ਪੇਸ਼ੈਂਟ ਦਾ ਸਿਰ ਔਰ ਗਰਦਨ ਦੀ ਚੋਟ ਨੂੰ ਆਪਾਂ ਨੂੰ ਸਮਝ ਲੈਣਾ ਕਿ ਇਹਨਾਂ ਦੇ ਇਹ ਦੋਨੋਂ ਚੋਟਾਂ ਹੈ ਜਦ ਤੱਕ ਇਹ ਪ੍ਰੂਵ ਨਹੀਂ ਹੋ ਜਾਂਦੀਆਂ ਕਿ ਇਹਨਾਂ ਨੂੰ ਨਹੀਂ ਹੈ, ਸਪੈਸ਼ਲੀ ਗਰਦਨ ਦੀ। ਤੇ ਇਸ ਲਈ ਗਰਦਨ ਨੂੰ ਸਾਨੂੰ ਬਿਲਕੁਲ ਸਪੋਰਟ ਦੇ ਕੇ ਗਰਦਨ ਨੂੰ ਇਮੋਬਿਲਾਈਜ਼ ਕਰਕੇ ਪੇਸ਼ੈਂਟ ਨੂੰ ਸਟ੍ਰੈਚਰ ਤੇ ਸ਼ਿਫਟ ਕਰਨਾ ਹੁੰਦਾ ਹੈ। ਸੋ ਉਸ ਦੀ ਟ੍ਰੇਨਿੰਗ ਦੇਣੀ ਬਹੁਤ ਜ਼ਰੂਰੀ ਹੈ। ਫਿਰ ਜਦੋਂ ਪੇਸ਼ੈਂਟ ਆਂਦਾ ਹੈ ਜੇ ਉਹ ਪੇਸ਼ੈਂਟ ਉੱਥੇ ਹੀ ਬਲੀਡ ਕਰ ਰਿਹਾ ਹੋਏ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਇਹਦੀ ਬਲੀਡਿੰਗ ਨੂੰ ਮੈਨੂੰ ਰੋਕਣ ਲਈ ਕੀ ਲਗਾਉਣਾ ਹੈ। ਮੇਰੇ ਕੋਲ ਕੀ ਹੈ? ਮੇਰੇ ਕੋਲ ਕੋਈ ਕੱਪੜੇ ਦਾ ਟੁਕੜਾ ਹੈ, ਮੇਰੇ ਕੋਲ ਕੁਝ ਵੀ ਨਹੀਂ ਹੈ, ਜਾਂ ਮੇਰੇ ਕੋਲ ਕੋਈ ਟੂਰਨਿਕ ਹੈ ਜਿਹਨੂੰ ਬੰਨ੍ਹ ਕੇ ਆਪਾਂ ਇਨਫਲੇਟ ਕਰ ਦਿੰਦੇ ਹਾਂ। ਤੇ ਜੇ ਇਹਨਾਂ 'ਚੋਂ ਕੋਈ ਵੀ ਚੀਜ਼ ਹੈ ਆਪਾਂ ਨੂੰ ਬੈਸਟ ਚੀਜ਼ ਯੂਜ਼ ਕਰਨੀ ਹੈ, ਬਟ ਜੇ ਨਹੀਂ ਹੈ ਦੈਨ ਵੀ ਹੈਵ ਟੂ ਕਮ ਡਾਊਨ। ਔਰ ਕੁਝ ਵੀ ਨਹੀਂ ਹੈ ਤਾਂ ਆਪਾਂ ਹੱਥ ਦੇ ਪ੍ਰੈਸ਼ਰ ਨਾਲ ਹੀ ਬਲੀਡਿੰਗ ਰੋਕਣੀ ਹੈ। ਇਹ ਦੋ ਚੀਜ਼ਾਂ ਸੜਕ ਤੇ ਬਹੁਤ ਜ਼ਰੂਰੀ ਹੈ ਕਿ ਬਲੀਡਿੰਗ ਨੂੰ ਰੋਕਣਾ ਹੈ ਔਰ ਦੂਜੀ ਗੱਲ ਹੈ ਨੈਕ ਨੂੰ ਬਚਾਉਣਾ ਹੈ। ਫਿਰ ਤੀਸਰੀ ਗੱਲ ਜਿਹੜੀ ਹੈ ਕਿ ਮਰੀਜ਼ ਸਾਹ ਲੈ ਰਿਹਾ ਕਿ ਨਹੀਂ ਔਰ ਮਰੀਜ਼ ਦੀ ਧੜਕਨ ਹੈ ਕਿ ਨਹੀਂ। ਜੇ ਮਰੀਜ਼ ਦਾ ਸਾਹ ਔਰ ਧੜਕਨ ਹੈ ਤਾਂ ਠੀਕ ਹੈ, ਜੇ ਨਹੀਂ ਹੈ ਤਾਂ ਤੁਹਾਨੂੰ ਔਨ ਸਾਈਟ CPR ਵੀ ਕਰਨਾ ਪੈ ਸਕਦਾ ਹੈ। ਸੋ ਇਹ ਚੀਜ਼ਾਂ ਰੋਡ ਤੇ ਬਹੁਤ ਇੰਪੋਰਟੈਂਟ ਹੈ। ਬਾਕੀ ਜਦੋਂ ਇਹ ਪੇਸ਼ੈਂਟ ਹਸਪਤਾਲ 'ਚ ਪਹੁੰਚਦੇ ਆ ਤਾਂ ਉਸ ਵੇਲੇ ਉਹਨਾਂ ਨੂੰ ਫਿਰ ਤੋਂ ਦੁਬਾਰਾ ਤੋਂ ਇਹ ਸਾਰੀ ਚੀਜ਼ਾਂ ਦੇਖੀਆਂ ਜਾਂਦੀਆਂ ਜਿਨ੍ਹਾਂ ਨੂੰ ਬੋਲਦੇ ਆ ਪ੍ਰਾਇਮਰੀ ਸਰਵੇ। ਇਹਦਾ ਨਾਮ ਦਿੱਤਾ ਹੋਇਆ ਹੈ, ਇਹਨੂੰ ਬੋਲਦੇ ਆ ਪ੍ਰਾਇਮਰੀ ਸਰਵੇ। ਪ੍ਰਾਇਮਰੀ ਸਰਵੇ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬਲੀਡਿੰਗ ਤਾਂ ਨਹੀਂ ਹੋ ਰਹੀ, ਸਾਹ ਠੀਕ ਤਰ੍ਹਾਂ ਲੈ ਰਿਹਾ, ਫਿਰ ਉਹਨੂੰ ਕੋਈ ਹੋਰ ਚੋਟ ਤਾਂ ਨਹੀਂ ਲੱਗੀ ਹੋਈ, ਔਰ ਅਸੀਂ ਹੋਰ ਅੱਗੇ ਕੀ ਕਰਨਾ ਹੈ ਉਹਨੂੰ ਸਾਰੇ ਉਹਦੇ ਕੱਪੜੇ ਵਗੈਰਾ ਉਤਾਰ ਕੇ ਦੇਖਣਾ ਪੈਂਦਾ ਹੈ ਕਿ ਚੋਟਾਂ ਹੋਰ ਕਿੱਥੇ ਲੱਗੀਆਂ। ਸੋ ਉਹਨੂੰ ਪ੍ਰਾਇਮਰੀ ਸਰਵੇ ਬੋਲਦੇ ਆ। ਇਹ ਸਰਵੇ ਕੰਪਲੀਟ ਕਰਨਾ ਪੈਂਦਾ ਹੈ
ਵਿਦ ਇਨ ਅ ਵੈਰੀ ਸ਼ਾਰਟ ਟਾਈਮ 10 ਮਿੰਟ, ਔਰ ਉਸ ਤੋਂ ਬਾਅਦ ਪੇਸ਼ੈਂਟ ਨੂੰ ਸਟੇਬਲਾਈਜ਼ ਕਰਕੇ ਫਿਰ ਦੁਬਾਰਾ ਕਰਨਾ ਪੈਂਦਾ ਹੈ। ਕਿਉਂਕਿ ਹੋ ਸਕਦਾ ਕਈ ਵਾਰੀ ਜੇ ਸਪੋਜ਼ ਕਰ ਲਓ ਪਿੱਛੇ ਜੇ ਪੇਟ ਦੇ ਵਿੱਚ ਕਿਸੇ ਦੇ ਬਲੀਡਿੰਗ ਹੋ ਰਹੀ ਹੈ, ਉਹ ਸ਼ੁਰੂ 'ਚ ਉਹਨੂੰ ਬਲੱਡ ਪ੍ਰੈਸ਼ਰ ਡ੍ਰੌਪ ਨਹੀਂ ਹੋਏਗਾ, ਬਟ 10-15 ਮਿੰਟ ਬਾਅਦ ਜਦੋਂ ਕਾਫੀ ਬਲੱਡ ਲਾਸ ਹੋ ਗਿਆ ਤਾਂ ਪੇਸ਼ੈਂਟ ਕੋਲੈਪਸ ਕਰ ਜਾਂਦਾ ਹੈ। ਸੋ ਤੁਹਾਨੂੰ ਕਰਦੇ ਰਹਿਣਾ ਪੈਂਦਾ ਜਦ ਤੱਕ ਤੁਹਾਡੇ ਕੋਲ CT ਸਕੈਨ, MRI ਜਾਂ ਜੋ ਵੀ ਤੁਸੀਂ ਕਰਾਉਣਾ ਹੈ ਉਹ ਰੇਡੀਓਲੋਜੀ ਨਾ ਹੋ ਜਾਏ। ਉਹਨੂੰ ਬੋਲਦੇ ਆ ਸੈਕੰਡਰੀ ਸਰਵੇ। ਤਾਂ ਦਿਸ ਇਜ਼ ਵਾਟ ਵੀ ਡੂ ਵੈਨ ਦ ਪੇਸ਼ੈਂਟ ਕਮਸ, ਪ੍ਰਾਇਮਰੀ ਐਂਡ ਸੈਕੰਡਰੀ ਸਰਵੇ। ਔਨ ਰੋਡ ਤੇ ਅਸੀਂ ਦੇਖਦੇ ਹਾਂ ਹਾਊ ਟੂ ਟਰਾਂਸਪੋਰਟ ਫਰਮ ਰੋਡ ਟੂ ਸੇਫਟੀ। ਮੈਮ ਇਹਦੇ ਵਿੱਚ ਕਿਹੜੀ ਚੀਜ਼ਾਂ ਤੁਸੀਂ ਜ਼ਰੂਰੀ ਮੰਨਦੇ ਹੋ, ਕਿਉਂਕਿ ਐਂਬੂਲੈਂਸਿਸ 'ਚ ਸ਼ਿਫਟ ਕੀਤਾ ਜਾਂਦਾ ਹੈਗਾ ਤੇ ਉਸ ਵੇਲੇ ਐਂਬੂਲੈਂਸਿਸ 'ਚ ਕਿਹੜੀ ਚੀਜ਼ਾਂ ਹੋਣੀਆਂ ਜ਼ਰੂਰੀ ਹੁੰਦੀਆਂ, ਉਹ ਤੁਸੀਂ ਦੱਸੋ ਮੈਮ ਵੀ ਉਦੋਂ ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ, ਜਿਹੜੇ ਐਂਬੂਲੈਂਸ ਵਾਲਿਆਂ ਦੀ ਵੀ ਜਿਹੜੀ ਡਿਊਟੀ ਬਣਦੀ ਹੈ ਵੀ ਉਹ ਸਾਰੇ ਇਕਵਿਪਮੈਂट्स ਰੱਖਣ ਆਪਣੇ ਕੋਲ। जैसे मैम ने बताया कि हमें जब हम शिफ्ट कर रहे हैं पेशेंट को, तो सबसे ज़्यादा इम्पॉर्टेंट है कि पेशेंट का जो भी ट्रॉमा का विक्टिम है, हम मान के चलते हैं कि उसकी स्पाइन या रीढ़ की हड्डी में चोट है, जब तक हमें पता ना चल जाए कि नहीं है। तो एक तो उसको इमोबलाइज़ करने के लिए कुछ ना कुछ सुविधा होनी चाहिए। एक तो हम कहते हैं हार्ड बोर्ड या स्पाइन बोर्ड जिस पे रख के पेशेंट को शिफ्ट करना चाहिए ताकि पेशेंट सीधा शिफ्ट हो हमारे पास। दूसरा हार्ड सर्वाइकल कॉलर। जनरली हम देखते हैं एम्बुलेंसेज में सर्वाइकल कॉलर या तो नहीं होता, अगर है तो वो सॉफ्ट वाला कॉलर होता है। सॉफ्ट कॉलर का कोई फ़ायदा नहीं है, इट्स ऑफ नो यूज़। तो एक हार्ड कॉलर ज़रूरी है शिफ्टिंग के लिए, प्लस बाकी इमीडिएटली जो उसको रिसक्सिटेट करने के लिए, बिकॉज जो ट्रॉमा के पेशेंट हैं वो या तो ठीक से सांस नहीं ले पाते, उस वजह से उनकी अर्ली डेथ होती है, या ब्लीड बहुत ज़्यादा कर जाते हैं। तो एक तो ब्लीडिंग रोकने के लिए कुछ ना कुछ सुविधा होनी चाहिए एम्बुलेंस में, जैसे कोई टूर्नी के होना चाहिए, बैंडेजेस होनी चाहिए, जिससे जो हमें बाहर ब्लड लॉस हो रहा है वो एकदम दिख रहा है और हम उसको रोक दें, या तो बैंडेज बांध के या टूर्नी के बांध के ब्लीडिंग रोके। एक तो वो होना चाहिए, प्लस पेशेंट जब ब्लीड बहुत करता है, लॉस होता है, तो उसको रिप्लेस करने के लिए बाय द टाइम पेशेंट हॉस्पिटल तक आए, कुछ ना कुछ एम्बुलेंस में सुविधा होनी चाहिए कि उसको हम कैन्युला लगा दें और उसको हम कुछ ना कुछ फ्लूइड, जो इनिशियली जब तक वो हॉस्पिटल नहीं पहुंचता उसको फ्लूइड दें। ये ज़रूरी है। ऑक्सीजन होना बहुत ज़रूरी है, और ऑक्सीजन हमने पेशेंट को कैसे देना है उसके सारे यंत्र होने चाहिए हमारे पास एम्बुलेंस में। तो ये बेसिक चीज़ें ज़रूरी हैं। ਮੈਮ ਇਹ ਵੀ ਦੱਸੋ ਕਿ ਜਿਹੜੀਆਂ ਚੀਜ਼ਾਂ ਤੁਸੀਂ ਕਹਿ ਰਹੇ ਹੋ ਵੀ ਇਹ ਜ਼ਰੂਰੀ ਹੈ, ਜੇਕਰ ਇਹ ਨਾ ਕੀਤੀਆਂ ਹੋਣ ਉਸ ਟਾਈਮ ਜਿਹੜੇ ਵੀ ਕੋਈ ਬਾਈਸਟੈਂਡਰ ਸੀ ਜਾਂ ਪੁਲਿਸ ਵਾਲੇ ਸੀ ਜਿਨ੍ਹਾਂ ਨੇ ਉਹਨਾਂ ਨੂੰ ਪਹੁੰਚਾਇਆ ਉੱਥੇ, ਉਹਨਾਂ ਨੇ ਮੰਨ ਲਓ ਕੁਝ ਨਹੀਂ ਕੀਤਾਗਾ ਤੇ ਉਦੋਂ ਤੁਹਾਡੇ ਕੋਲੇ ਆਏ ਤਾਂ ਥੋੜਾ ਵਿਗੜਿਆ ਹੋਇਆ ਕੇਸ ਹੈਗਾ, ਤਾਂ ਉਦੋਂ ਫਿਰ ਕੀ ਚੈਲੰਜਸ ਆਉਂਦੇ ਨੇ, ਉਹ ਕਿਵੇਂ ਸੰਭਾਲਦੇ ਹੋ ਫਿਰ ਤੁਸੀਂ? हमारे पास मोस्टली जो प्री हॉस्पिटल केयर एम्बुलेंसेस में ज़्यादातर मरीज़ एम्बुलेंसेस में कई बार आ भी नहीं पाते हैं, रिलेटिव्स ही उनको लेके आते हैं, गाड़ियों में ला रहे हैं या पेरीफ्री से जैसे विलेजेस से आ रहे हैं तो गाड़ियों में आ रहे हैं। तो बहुत बारी मरीज़ ऐसे आते हैं जिनको कुछ बेसिक केयर पहले नहीं मिली होती, बिकॉज लाने के हर बारी एम्बुलेंस ही नहीं लेके आ रही होती है पेशेंट को, तो ऐसे बिगड़े केसेस बहुत बारी आते हैं। तो हमारे इमरजेंसी में जनरली टीम ऑफ डॉक्टर्स रहती है। जैसे हम ट्रॉमा इमरजेंसी की बात करें तो सब स्पेशलिटीज़ के डॉक्टर्स वहाँ पे 24 घंटे मौजूद रहते हैं। तो चाहे तो एक पेशेंट अगर आया तो उसको एट अ टाइम सारे स्पेशलिटी के डॉक्टर्स एक तो देखते हैं, तो वो हेड इंजरी का स्पेशलिस्ट भी होगा, न्यूरोसर्जन भी होगा, प्लास्टिक सर्जन भी होगा, जनरल सर्जन भी होगा, इंटेंसिविस्ट, एनेस्थेटिस्ट वो भी वहाँ होंगे। तो एक होलिस्टिक पूरा केयर पेशेंट को मिलता है, बिकॉज सब स्पेशलिटी के डॉक्टर्स हैं। प्लस हमारे इमरजेंसी में ऑब्वियसली सारा कुछ इक्विप्ड है, हमारे पास सब ड्रग्स एंड नर्सिंग स्टाफ एटलीस्ट इमरजेंसी में तो हमारे ट्रेंड हैं, तो वो इमीडिएटली उनको टेक ओवर करते हैं। एंड प्लस हमने हमारे इमरजेंसी एरियाज़ में बांटा हुआ है, रेड एरिया, येलो एरिया, ग्रीन एरिया। तो जो बहुत क्रिटिकली इल पेशेंट एकदम जैसे आता है तो उसको रेड एरिया में लेके जाते हैं। तो जब वो रेड एरिया में जाता है तो सबको पता है कि ये पेशेंट क्रिटिकल है, तो इसको बहुत ज़्यादा ध्यान की ज़रूरत है। तो इस स्टेप वाइज एक प्रोटोकोलाइज्ड अप्रोच से मैनेज करते हैं। ਮੈਮ ਤੁਸੀਂ ਦੱਸੋ ਇਸ ਬਾਰੇ ਟ੍ਰੇਨਿੰਗ ਤੁਸੀਂ ਕਿਸ ਤਰ੍ਹਾਂ ਦੀ ਦਿੰਦੇ ਹੋ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਪਤਾ ਲੱਗੇ ਵੀ ਜਿਹੜੇ ਉਹ ਸ਼ੁਰੂਆਤੀ ਜਿਹੜੇ ਉਹ ਕ੍ਰੂਸ਼ੀਅਲ ਜਿਹੜਾ ਟਾਈਮ ਹੁੰਦਾ, ਮਿੰਟਸ ਹੁੰਦੇ ਆ, ਵੀ ਉਸ ਵੇਲੇ ਕਿਵੇਂ ਧਿਆਨ ਰੱਖਣਾ ਚਾਹੀਦਾ, ਕੀ ਟ੍ਰੇਨਿੰਗ ਦਿੱਤੀ ਜਾਂਦੀ? ਐਕਚੁਅਲੀ ਮੈਂ ਤੁਹਾਨੂੰ ਦੱਸਿਆ ਕਿ ਵੈਸੇ ਤਾਂ ਇੱਕ ਅਮਰੀਕਨ ਕੋਰਸ ਹੈ, ਉਹਦਾ ਨਾਮ ਹੈ ਐਡਵਾਂਸ ਟਰਾਮਾ ਲਾਈਫ ਸਪੋਰਟ। ਬਟ PGI ਦੇ ਵਿੱਚ ਸਾਡੇ ਡਾਇਰੈਕਟਰ ਸਾਹਿਬ ਔਰ ਸਾਡੇ ਜਿਹੜੇ ਮੇਰੇ ਹੈੱਡ ਆਫ ਦ ਡਿਪਾਰਟਮੈਂਟ ਡਾਕਟਰ GD ਪੁਰੀ ਸੀ, ਉਹਨਾਂ ਦੀ ਇਹ ਬੜੀ ਲੌਂਗ ਸਟੈਂਡਿੰਗ ਮੇਰੇ ਨਾਲ ਰਿਕੁਐਸਟ ਸੀ ਕਿ ਅਸੀਂ ਉਹ ਪ੍ਰੋਗਰਾਮ ਬਣਾਈਏ ਜੋ ਸਾਡੇ ਇੰਡੀਆ 'ਚ ਹੀ ਬਣੇ, ਇੰਡੀਆ ਦੇ ਪੇਸ਼ੈਂਟਸ ਨੂੰ ਹੀ ਲਾਗੂ ਹੋਏ ਔਰ ਸਾਡੀ ਆਪਣੇ ਪੇਸ਼ੈਂਟਸ ਦੀ ਜਾਨ ਬਚਾਉਣ 'ਚ
ਕੰਮ ਆਏ, ਕਿਉਂਕਿ ਸਾਡੇ ਕੋਲ ਹਜੇ ਅਮਰੀਕਨ ਸਟੈਂਡਰਡ ਵਾਲੀ ਜਿਹੜੀ ਚੀਜ਼ਾਂ ਸਾਨੂੰ ਫੋਲੋ ਕਰਨ 'ਚ ਕੋਈ ਇੰਨਾ ਸਮਝ ਨਹੀਂ ਆਇਆ ਕਿ ਅਸੀਂ ਕਿਉਂ ਕਰ ਰਹੇ ਹਾਂ। ਸਾਡਾ ਸਿਸਟਮ ਥੋੜ੍ਹਾ ਡਿਫਰੈਂਟ ਹੈ, ਤਾਂ ਉਹਨੂੰ ਦੇਖ ਕੇ ਅਸੀਂ ਜੋ ਟਰਾਮਾ ਟੀਮ ਹੈ ਮੇਰੀ, ਜਿਹਦੇ 'ਚ ਮੇਰੇ ਹੋਰ ਡਾਕਟਰਸ ਵੀ ਹੈ, ਅਸੀਂ 6 ਮੰਥਸ ਦੇ ਵਿੱਚ ਇਹ ਪ੍ਰੋਗਰਾਮ ਅਸੀਂ ਓਪਨ ਕਰਦੇ ਹਾਂ ਫॉर ਜਿਹੜੇ ਡਾਕਟਰਸ ਇਨ ਐਂਡ ਅਰਾਊਂਡ ਚੰਡੀਗੜ੍ਹ ਹੈ। ਅਸੀਂ ਉਹਨਾਂ ਨੂੰ ਪੀਜੀਆਈ ਦੇ ਵਿੱਚ ਟ੍ਰੇਨ ਕਰਦੇ ਹਾਂ ਕਿ ਤੁਸੀਂ ਪੇਸ਼ੈਂਟ ਨੂੰ ਕਿਵੇਂ ਲੈ ਕੇ ਆਉਣਾ ਹੈ, ਸਪਾਈਨ ਬੋਰਡ 'ਤੇ ਕਿਵੇਂ ਪਾਉਣਾ ਹੈ, ਨੈਕ ਇਮੋਬਿਲਾਈਜੇਸ਼ਨ ਕਿਵੇਂ ਕਰਨੀ ਹੈ, ਹੈਲਮਟ ਕਿਸ ਤਰ੍ਹਾਂ ਉਤਾਰਨੀ ਹੈ, ਪੇਸ਼ੈਂਟ ਸਾਹ ਨਹੀਂ ਲੈ ਰਿਹਾ ਤਾਂ ਉਹਦਾ ਮੂੰਹ ਕਿਸ ਤਰ੍ਹਾਂ ਸਾਫ਼ ਕਰਨਾ ਹੈ, ਉਹਦੇ ਮੂੰਹ 'ਚ ਖੂਨ ਹੈ, ਬਲੱਡ ਹੈ, ਵੋਮਿਟ ਹੈ, ਉਹਨੂੰ ਕਿਸ ਤਰ੍ਹਾਂ ਸਾਫ਼ ਕਰਨਾ ਹੈ, ਫਿਰ ਉਹ ਜੇ ਉਹਦਾ ਬਲੱਡ ਪ੍ਰੈਸ਼ਰ ਫੀਲ ਨਹੀਂ ਹੋ ਰਿਹਾ ਤਾਂ ਉਹਨੂੰ ਕਿਸ ਤਰ੍ਹਾਂ ਕਰਨਾ ਹੈ। ਇਹ ਅਸੀਂ ਡਿਫਰੈਂਟ ਸਟੇਸ਼ਨਸ ਲਗਾਉਂਦੇ ਹਾਂ ਐਂਡ ਇਹ ਐਕਸਰਸਾਈਜ਼ ਅਸੀਂ 6 ਮੰਥਲੀ ਤਾਂ ਕਰਦੇ ਹੀ ਕਰਦੇ ਹਾਂ, ਪਲੱਸ ਹਰ ਮਹੀਨੇ ਅਸੀਂ ਆਪਣੇ ਡਿਪਾਰਟਮੈਂਟ 'ਚ ਵੀ ਕਰਦੇ ਹਾਂ। ਅਸੀਂ ਡਿਪਾਰਟਮੈਂਟ, ਸਾਡੇ ਕੋਲ ਮੈਨੀਕਿਨ ਸੈੱਟ ਹੈ, ਪੀਜੀਆਈ ਨੇ ਸਾਨੂੰ ਦਿਲਾਏ ਹੋਏ ਹੈ ਔਰ ਅਸੀਂ ਉਹਨਾਂ ਨੂੰ ਖੋਲ੍ਹ ਕੇ ਰੱਖਿਆ ਹੋਇਆ ਹੈ। ਅਸੀਂ ਉਹਨੂੰ ਐਵਰੀ ਮੰਥ ਦੇ ਵਿੱਚ ਇੱਕ ਦਿਨ ਸਾਡਾ ਐਸਾ ਹੁੰਦਾ ਹੈ ਕਿ ਜਿਹਦੇ 'ਚ ਅਸੀਂ ਇੱਕ ਪੋਰਸ਼ਨ ਆਪਣੇ ਰੈਜ਼ੀਡੈਂਟ ਨੂੰ ਟ੍ਰੇਨ ਕਰਦੇ ਹਾਂ। ਸੇ ਫॉर ਐਗਜ਼ਾਮਪਲ ਅਸੀਂ ਇਸ ਮਹੀਨੇ ਸੋਚ ਲਿਆ, ਅਸੀਂ ਦੱਸਣਾ ਕਿ ਹਾਊ ਟੂ ਸਟਾਪ ਦ ਬਲੀਡ, ਕਿ ਬਲੀਡਿੰਗ ਕਿਸ ਤਰ੍ਹਾਂ ਰੋਕਣੀ ਹੈ, ਅਸੀਂ ਕੇਸ ਸਿਨੈਰੀਓ ਇਨੈਕਟ ਕਰਾਉਂਦੇ ਹਾਂ। ਇਸ ਤਰ੍ਹਾਂ ਅਸੀਂ ਪੂਰੇ 12 ਮਹੀਨੇ ਚੱਲਦੇ ਹਾਂ, ਵਿੱਚ ਅਸੀਂ 2 ਵੱਡੀ ਮੀਟਿੰਗਸ ਵੀ ਲਗਾਉਂਦੇ ਹਾਂ, ਜਿਹਦੇ 'ਚ ਅਸੀਂ ਸਾਰਿਆਂ ਨੂੰ ਇਸ ਹਾਲ ਦੇ ਵਿੱਚ, ਸਾਡੇ ਜਿਹੜਾ ਪੀਜੀਆਈ ਦਾ ਲੈਕਚਰ ਥੀਏਟਰ ਹੈ ਉਹਦੇ 'ਚ ਅਸੀਂ ਉਹਨਾਂ ਨੂੰ ਬੁਲਾ ਕੇ ਸਾਰੀ ਚੀਜ਼ਾਂ ਹੈਂਡਸ ਔਨ ਕਰਾਉਂਦੇ ਹਾਂ। ਦਿਸ ਇਜ਼ ਵਨ ਥਿੰਗ, ਦਿਸ ਇਜ਼ ਟ੍ਰੇਨਿੰਗ ਆਫ ਦ ਡਾਕਟਰਸ ਐਂਡ ਡਾਕਟਰਸ ਅਰਾਊਂਡ ਪੀਜੀਆਈ ਇਨ ਦ ਵੇ ਇੰਡੀਆ ਵਾਂਟਸ ਟੂ ਟਰੀਟ ਟਰਾਮਾ ਪੇਸ਼ੈਂਟਸ। ਔਰ ਦੂਜੀ ਗੱਲ ਹੈ, ਅਸੀਂ ਈਵਨ ਆਪਣੇ ਜਿਹੜੇ ਫਸਟ ਰਿਸਪੋਂਡਰਸ ਹੈ ਜਿਨ੍ਹਾਂ ਦੇ ਲਈ ਅਸੀਂ ਅਸੀਂ ਉਹਨਾਂ ਦੇ ਵੀ ਲੁੱਕ ਅਪੋਨ ਦੈਮ ਫॉर ਹੈਲਪ, ਦੈਟ ਇਜ਼ ਦ ਪੁਲਿਸ। ਅਸੀਂ ਪੁਲਿਸ ਵਾਲਿਆਂ ਲਈ ਆਲਵੇਜ਼ ਅਸੀਂ ਪੈਰਲਲ ਕੋਰਸ ਰਨ ਕਰਦੇ ਹਾਂ ਅਲੋਂਗ ਵਿਦ ਆਰ ਨਰਸਿੰਗ ਆਫਿਸਰਸ। ਅਸੀਂ ਸਭ ਨੂੰ ਨਾਲ ਲੈ ਕੇ ਚੱਲਦੇ ਹਾਂ। ਅਤੇ ਲਾਸਟ ਈਅਰ ਵੀ ਹੈਲਡ 3 ਸੱਚ ਕੋਰਸਿਸ ਫॉर 100 ਪੁਲਿਸ ਆਫਿਸਰਸ ਇਨ ਈਚ ਸ਼ਿਫਟ। ਤਾਂ ਸਾਡੇ ਕੋਲ 300 ਪੁਲਿਸ ਆਫਿਸਰਸ ਦਾ ਡੇਟਾ ਹੈ, ਜਿਹਦੇ 'ਚ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਸਾਨੂੰ ਦੱਸਣ ਕਿ ਉਹਨਾਂ ਨੂੰ ਕੀ ਮੁਸ਼ਕਿਲਾਂ ਆਉਂਦੀਆਂ ਔਰ ਅਸੀਂ ਉਹਨਾਂ ਤੋਂ ਸਵਾਲ ਜਵਾਬ ਕੀਤੇ। ਫਿਰ ਅਸੀਂ ਉਹਨਾਂ ਨੂੰ ਟ੍ਰੇਨਿੰਗ ਦਿੱਤੀ, ਫਿਰ ਟ੍ਰੇਨਿੰਗ ਤੋਂ ਬਾਅਦ ਅਸੀਂ ਉਹਨਾਂ ਦਾ ਫਿਰ ਤੋਂ ਟੈਸਟ ਲਿੱਤਾ ਐਂਡ ਅਸੀਂ ਦੇਖਿਆ ਕਿ ਸਾਡੇ ਕਈ ਕੁਐਸਚਨਸ ਉਹਨਾਂ ਨੂੰ ਸਮਝ ਆਉਣ ਲੱਗ ਗਏ ਔਰ ਉਹਨਾਂ ਨੇ ਉਹਨਾਂ ਨੂੰ ਸਿੱਖ ਲਿਆ। ਸੋ ਉਹ ਅਸੀਂ ਰਿਪੋਰਟ ਹੁਣ ਤਿਆਰ ਕਰਕੇ ਆਪਣੇ ਡਾਇਰੈਕਟਰ ਸਰ ਨੂੰ ਦਿਖਾਵਾਂਗੇ ਕਿ ਅਸੀਂ ਇਹ ਇੱਧਰ ਤੱਕ ਆ ਗਏ ਹਾਂ ਅਤੇ ਹੁਣ ਅਸੀਂ ਅੱਗੇ ਕਿਸ ਤਰ੍ਹਾਂ ਸਾਨੂੰ ਅੱਗੇ ਜਾਣਾ ਚਾਹੀਦਾ। ਤੋ the training is always going to be continuous and how it is going to benefit India. So we also think of make in India approach, like ਜੋ ਸਾਡੇ ਚੱਲ ਰਿਹਾ ਇਸ ਵੇਲੇ ਕਿ ਆਪਣੇ ਪੇਸ਼ੈਂਟਸ ਨੂੰ ਆਪਣੇ ਆਪ ਬਚਾਉਣ ਦਾ ਕੀ ਤਰੀਕਾ ਹੈ। ਤੋ ਆਈ ਥਿੰਕ ਉਹ ਬੈਸਟ ਤਰੀਕਾ ਹੈ ਕਿ ਸਾਨੂੰ ਪਤਾ ਹੈ ਸਾਡਾ ਫਸਟ ਰਿਸਪੋਂਡਰ ਪੁਲਿਸ ਹੈ, ਲੇ ਪਰਸਨ ਹੈ, ਸਾਡੇ ਨਰਸਿੰਗ ਆਫਿਸਰਸ, ਸਾਡੇ ਜਿਹੜੇ ਟੈਕਨੀਕਲ ਸਟਾਫ, ਦੈਨ ਸਾਡੇ ਆਪਣੇ ਰੈਜ਼ੀਡੈਂਟਸ, ਇਹਨਾਂ ਨੂੰ ਟ੍ਰੇਨਿੰਗ ਦੀ ਜ਼ਰੂਰਤ ਹੈ। ਜਿਸ ਤਰ੍ਹਾਂ ਸਾਡੇ ਪੇਸ਼ੈਂਟ ਆਉਂਦੇ ਆ, ਦੇਖੋ ਬਾਹਰ ਦੀ ਕੰਟਰੀਜ਼ ਕੀ ਹੁੰਦਾ, ਪੇਸ਼ੈਂਟ ਦੇ ਐਕਸੀਡੈਂਟ ਹੁੰਦਾ, ਹਵਾਈ ਜਹਾਜ਼ ਉਤਰਦਾ, ਪੇਸ਼ੈਂਟ ਨੂੰ ਹਵਾਈ ਜਹਾਜ਼ 'ਚ ਪਾਇਆ ਜਾਂਦਾ, ਹਵਾਈ ਜਹਾਜ਼ 'ਚ ਉਹਨੂੰ ਬਲੱਡ ਲੱਗ ਜਾਂਦਾ, ਹਵਾਈ ਜਹਾਜ਼ 'ਚ ਉਹਨੂੰ ਪਲਾਜ਼ਮਾ ਲੱਗ ਜਾਂਦਾ ਅਤੇ ਉਹਨੂੰ ਡ੍ਰੌਪ ਕਰ ਦਿੱਤਾ ਜਾਂਦਾ ਟੂ ਦ ਹਾਈਐਸਟ ਸੈਂਟਰ। ਬਟ ਟਿਲ ਦ ਟਾਈਮ ਵੀ ਆਰ ਲੁਕਿੰਗ ਐਟ ਆਲ ਥੀਸ ਥਿੰਗਸ ਟੂ ਹੈਪਨ ਇਨ ਇੰਡੀਆ, ਤਾਂ ਅਸੀਂ ਸੋਚਣਾ ਕਿ ਅਸੀਂ ਉਹਨਾਂ ਨੂੰ ਜਿਸ ਤਰ੍ਹਾਂ ਉਹ ਲਿਆ ਰਹੇ ਹਾਂ ਉਸ ਤਰ੍ਹਾਂ ਹੀ ਟ੍ਰੇਨਿੰਗ ਦੇ ਦਈਏ ਕਿ ਇੱਥੇ ਤੁਸੀਂ ਇੰਨਾ ਕਰਕੇ ਲਿਆਓ, ਤਾਂ ਵੀ ਅਸੀਂ ਮਰੀਜ਼ ਦੀ ਜਾਨ ਬਚਾਉਣ 'ਚ ਕਾਫੀ ਸਕਸੈਸਫੁਲ ਹੋ ਜਾਵਾਂਗੇ। ਜਿਵੇਂ ਤੁਸੀਂ ਮੈਮ ਇਹ ਦੱਸਿਆ ਵੀ ਫੋਰਨ ਕੰਟਰੀਜ਼ ਨਾਲ ਆਪਾਂ ਕੰਪੈਰੀਜ਼ਨ ਕਰੀਏ, ਇੱਕ ਹੈਲੀਕਾਪਟਰ ਵਾਲਾ ਦੱਸਿਆ, ਹੋਰ ਕਿਹੜੇ ਵੇ ਦੇ ਵਿੱਚ ਆਪਾਂ ਕਹਿ ਲਈਏ ਵੀ ਅਜੇ ਬਹੁਤ ਪਿੱਛੇ ਆ, ਜਿਹੜੀਆਂ ਚੀਜ਼ਾਂ ਜੇ ਇੱਥੇ ਹੋ ਜਾਣ ਤਾਂ ਉਹਦੇ ਨਾਲ ਬਹੁਤ ਫਾਇਦਾ ਹੋ ਸਕਦਾ ਹੈ। ਬੇਸਿਕ ਚੀਜ਼ਾਂ ਕਿਹੜੀਆਂ ਨੇ ਜਿਹੜੀਆਂ ਉੱਥੇ ਨੇ ਪਰ ਆਪਣੇ ਹੈ ਹੀ ਨਹੀਂ? ਮਤਲਬ ਇੰਡੀਆ ਲੱਗਿਆ ਹੋਇਆ ਹੈ, ਮੈਨੂੰ ਪਤਾ ਲੱਗ ਰਿਹਾ ਕਿ ਦੇਰ ਆਰ ਸੈਂਟਰਸ ਜਿੱਥੇ ਪੈਰਾਮੈਡੀਕਲ ਟ੍ਰੇਨਿੰਗ ਚੱਲ ਰਹੀ ਹੈ। ਪੈਰਾਮੈਡੀਕਲ ਟ੍ਰੇਨਿੰਗ ਨੂੰ ਕੋਰਸ ਦਿੱਤਾ ਗਿਆ, ਉਹਦੇ 'ਚ ਉਹ ਕੋਰਸ ਜਿਹੜਾ ਉਹ ਇਹਨਾਂ ਚੀਜ਼ਾਂ ਨੂੰ ਹੀ ਫੋਕਸ ਕਰਦਾ ਹੈ। ਜਿਵੇਂ ਟੈਕਨੀਕਲ ਸਟਾਫ ਹੈ ਨਾ, ਉਹਨਾਂ ਨੂੰ ਟ੍ਰੇਨ ਕੀਤਾ ਜਾਂਦਾ ਹੈ ਕਿ ਤੁਸੀਂ ਮਰੀਜ਼ ਨੂੰ ਫੀਲਡ ਤੋਂ ਕਿਸ ਤਰ੍ਹਾਂ ਲੈ ਕੇ ਆਉਣਾ ਹੈ, ਉਹਨੂੰ ਕਿਸ ਤਰ੍ਹਾਂ ਸਪਾਈਨ ਬੋਰਡ 'ਤੇ ਲਾਉਣਾ, ਇਹਦਾ ਇੱਕ ਡੈਡੀਕੇਟਿਡ ਕੋਰਸ ਹੈਗਾ ਹੈ। ਬਟ ਇਟ ਇਜ਼ ਨਾਟ ਵੈਰੀ ਕਾਮਨ ਐਂਡ ਨਾਟ ਵੈਰੀ ਪ੍ਰੈਵਲੈਂਟ। ਕਿਸੇ ਜਗ੍ਹਾ 'ਤੇ ਲੋਕ ਲੱਗੇ ਹੋਏ ਹੈ ਐਂਡ ਆਈ ਐਮ ਸ਼ੋਰ ਕਿ ਜਿਸ ਤਰ੍ਹਾਂ ਅਸੀਂ ਚੱਲ ਰਹੇ ਹਾਂ ਇੱਕ ਦਿਨ ਉਹ ਆ ਜਾਏਗਾ। ਜਿਵੇਂ ਸਾਡਾ ਵੀ ਪੂਰਾ ਉਹਨੂੰ ਬੋਲਦੇ ਆ ਪ੍ਰੀ ਹਸਪੀਟਲ ਐਮਰਜੈਂਸੀ ਸਰਵਿਸਿਜ਼, ਹਸਪੀਟਲ ਆਉਣ ਤੋਂ ਪਹਿਲਾਂ ਹੀ ਐਮਰਜੈਂਸੀ ਸਰਵਿਸਿਜ਼ ਸਮ ਪਲੇਸਿਸ ਹੈਵ ਸਟਾਰਟਿਡ। ਔਰ ਮੈਨੂੰ ਜਿਸ ਤਰ੍ਹਾਂ ਅਸੀਂ ਸਾਡੇ ਟਰਾਮਾ ਦੇ ਫਰੈਂਡਸ ਸਾਡੇ ਨਾਲ ਗੱਲ ਕਰ ਰਹੇ ਹਾਂ, ਹੁਣ ਬਹੁਤ ਸਾਰੇ ਟਰਾਮਾ ਸੈਂਟਰਸ ਆ ਰਹੇ ਹੈ ਐਂਡ ਸਭ ਜਣੇ ਟਰਾਮਾ ਦੀ ਸਪੈਸ਼ਲਿਟੀ ਦੇ ਵਿੱਚ ਐਨਸਥੀਸੀਆ ਦੀ ਇੱਕ ਸਬ ਸਪੈਸ਼ਲਿਟੀ ਨੂੰ ਵੀ ਪ੍ਰਮੋਟ ਕਰ ਰਹੇ ਹੈ। ਜਿਵੇਂ ਲਖਨਊ 'ਚ ਸ਼ੁਰੂ ਹੋ ਗਿਆ, ਭੁਵਨੇਸ਼ਵਰ 'ਚ ਸ਼ੁਰੂ ਹੋ ਗਿਆ ਹੈ, ਬਠਿੰਡਾ ਏਮਸ ਸਟਾਰਟ ਹੋਣ ਵਾਲਾ ਹੈ ਔਰ ਉਸ ਤੋਂ ਬਾਅਦ ਸਾਡੇ ਕੋਲ ਏਮਸ ਦਿੱਲੀ 'ਚ ਹੋ ਗਿਆ। ਬਟ ਪੀਜੀਆਈ ਚੰਡੀਗੜ੍ਹ ਹੈਜ਼ ਟੇਕਨ ਦ ਲੀਡ ਟੂ ਸਟਾਰਟ ਟਰਾਮਾ ਪ੍ਰੋਗਰਾਮ ਔਰ ਸਾਡਾ 4th ਈਅਰ ਖਤਮ ਹੋਣ ਵਾਲਾ ਹੈ। ਅਸੀਂ 4 ਸਾਲ ਪਹਿਲਾਂ ਪ੍ਰੋਗਰਾਮ ਸਟਾਰਟ ਕਰਤਾ ਸੀ, ਜਿਹਦੇ 'ਚ ਅਸੀਂ ਸਪੈਸ਼ਲਿਸਟ ਬਣਾ ਰਹੇ ਹਾਂ
ਓਨਲੀ ਔਨ ਟਰਾਮਾ ਐਨਸਥੀਸੀਆ ਐਂਡ ਅਕਿਊਟ ਕੇਅਰ, ਇਹੀ ਵਾਲੀ ਜਿਹੜੀ ਅਸੀਂ ਕਹਿੰਦੇ ਫਰੋਮ ਰੋਡ ਟੂ ਸੇਫਟੀ ਅਸੀਂ ਟ੍ਰੇਨਿੰਗ ਦੇ ਰਹੇ ਹਾਂ। ਪੀਜੀਆਈ 'ਚ ਇਹ ਚੀਜ਼ 4 ਸਾਲ ਪਹਿਲਾਂ ਸ਼ੁਰੂ ਹੋ ਗਈ ਸੀ। ਮੈਮ ਜਾਂਦੇ ਜਾਂਦੇ ਤੁਸੀਂ ਦੱਸੋ ਜਿਹੜੇ, ਕਿਉਂਕਿ ਬਹੁਤ ਸਾਰੇ ਪੇਸ਼ੈਂਟਸ ਪੀਜੀਆਈ ਆਉਂਦੇ ਨੇ, ਜਿਵੇਂ ਮੈਮ ਦੱਸ ਰਹੇ ਸੀਗੇ ਵੀ ਏਰੀਆ ਵਾਈਜ਼ ਤੁਸੀਂ ਰੱਖਦੇ ਹੋ ਰੈੱਡ, ਯੈਲੋ ਤੇ ਗ੍ਰੀਨ, ਪਰ ਫਿਰ ਵੀ ਕਈ ਵਾਰ ਬਹੁਤ ਜ਼ਿਆਦਾ ਤੁਸੀਂ ਦੇਖਿਆ ਲੋਡ ਹੁੰਦਾ ਜਦੋਂ ਪੇਸ਼ੈਂਟਸ ਦਾ, ਸੋ ਉਸ ਕੇਸ ਦੇ ਵਿੱਚ ਕਿਵੇਂ ਡੀਲ ਕਰਦੇ ਹੋ? ਮੇਰੇ ਰੈੱਡ ਆਲਰੇਡੀ ਫੁੱਲ ਉਤੋਂ ਹੋਰ ਪੇਸ਼ੈਂਟਸ ਆ ਜਾਂਦੇ ਨੇ, ਤਾਂ ਉਦੋਂ ਫਿਰ ਕਿਵੇਂ ਤੁਸੀਂ प्रायोरिटी ਦਿੰਦੇ ਹੋ? नहीं, प्रायोरिटी हमेशा चाहे जितना मर्जी लोड हो हमेशा रेड एरिया को दिया जाता है, बिकॉज रेड एरिया का ही मतलब वो है कि क्रिटिकल पेशेंट है तो उसको सबसे ज़्यादा ज़रूरत है। एंड प्लस जो पेशेंट्स ठीक हैं ग्रीन एरिया में हैं, जिनको पता है ज़्यादा ज़रूरत नहीं है, उनको धीरे धीरे इमरजेंसी से शिफ्ट कर देते हैं वार्ड्स में, तो वो एक रूट ऑलरेडी बना हुआ है। एंड रेड एरिया में मैक्सिमम हमारे रिसोर्सेज रहते हैं, स्टाफ ज़्यादा वहाँ पे, मॉनिटरिंग वहाँ पे ज़्यादा होती है, ताकि उनको इमीडिएटली अर्जेंट केयर मिले। जिनको ऑपरेशन की ज़रूरत है इमीडिएटली उनको ऑपरेशन थिएटर शिफ्ट किया जाता है। जिनको आईसीयू की रिक्वायरमेंट है, जनरली जो क्रिटिकल पेशेंट्स होते हैं उनको आईसीयू रिक्वायरमेंट भी होती है, तो हमारा ट्रॉमा में इमरजेंसी के साथ ही ऊपर वाले फ्लोर पे हमारा 14 बेडेड आईसीयू है, ट्रॉमा आईसीयू, जिसमें जो भी ऐसे क्रिटिकल पेशेंट्स हैं इमीडिएटली हम उनको आईसीयू में, जिनको आईसीयू की रिक्वायरमेंट है आईसीयू में ले लेते हैं। वो सिर्फ ट्रॉमा पेशेंट्स को केटर करता है। तो हमारे राउंड द क्लॉक सर्विसेज रहते हैं, हमारे रेजिडेंट्स रहते हैं, तो नीचे ज़्यादा ज़रूरत है अगर रिसक्सिटेशन की, उनको केयर की, तो ऊपर से उनको कॉल किया जाता है एंड फिर इमीडिएटली उनको शिफ्ट करते हैं हम। पीजे का ट्रॉमा सेंटर बहुत अच्छा है, क्योंकि हमारे पास तकरीबन बहुत ही ज़्यादा क्रिटिकल पेशेंट्स आते हैं, और हमारे पास इन द मंथ 600 पेशेंट ऑपरेट होते हैं, जो कि बहुत जगह से रेफ़र होके आते हैं, जिनको और कोई ऑपरेट नहीं कर सकता। तकरीबन वही पेशेंट हमारे पास 600 हैं, और हमारा पोस्टपोनमेंट बहुत कम है, कैंसिलेशन रेट भी बहुत कम है। मैंने जो अभी लास्ट मंथ देखा है तो उसमें मेरे 570 पेशेंट में सिर्फ 80 पेशेंट थे जिनकी किसी वजह से पोस्टपोनमेंट हुई, और वो भी वजह यही थी कि कोई और उनसे ज़्यादा सीरियस है तो उसको थोड़ी वेट करनी पड़ी, वरना जो पेशेंट बहुत सीरियस होता है उसकी 2 या 4 घंटे में हम टर्न लगा देते हैं। अभी हमने इतना चैनलाइज पीजीआई में हुआ है। हमारे 5 ऑपरेशन थिएटर्स हैं जो राउंड द क्लॉक चल रहे हैं, सिर्फ ट्रॉमा पेशेंट्स को केटर करते हैं। 24 घंटे 7 दिन वो राउंड द क्लॉक चलते हैं 5 थिएटर्स, तो उसमें सिर्फ ट्रॉमा पेशेंट्स ऑपरेट होते हैं, और बिल्कुल सामने आईसीयू है, जो क्रिटिकल पेशेंट है वो वहाँ शिफ्ट हो जाता है, तो एक प्रॉपर चैनल बना हुआ है। ਬਹੁਤ ਬਹੁਤ ਸ਼ੁਕਰੀਆ ਜੀ। ਸੋ ਇਹ ਮਾਹਰ ਡਾਕਟਰ ਸੀਗੇ ਜਿਨ੍ਹਾਂ ਨੇ ਦੱਸਿਆ ਕਿ ਇਸ ਤਰੀਕੇ ਦੇ ਨਾਲ ਪੀਜੀਆਈ ਜਿਹੜਾ ਹੈ ਉਹ ਇਸ ਤਰ੍ਹਾਂ ਦੇ ਜਿਹੜੇ ਐਮਰਜੈਂਸੀ ਵਾਲੇ ਜਿਹੜੇ ਕੇਸਿਸ ਹੁੰਦੇ ਨੇ, ਸੀਰੀਅਸ ਕੋਈ ਜਿਹੜੇ ਕੇਸ ਹੁੰਦੇ ਨੇ ਜਿਹੜੇ ਆਮ ਤੌਰ 'ਤੇ ਟਰਾਮਾ ਸੈਂਟਰ ਦੇ ਵਿੱਚ ਦੇਖਣ ਨੂੰ ਮਿਲਦੇ ਨੇ, ਤਾਂ ਉਹਨਾਂ ਨੂੰ ਕਿਵੇਂ ਡੀਲ ਕੀਤਾ ਜਾਂਦਾ। ਅਤੇ ਇਹਦੇ ਵਿੱਚ ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਇਹਨਾਂ ਨੇ ਦੱਸੀ ਹੈ ਕਿ ਜਿਹੜੇ ਇਹਨਾਂ ਹਸਪਤਾਲਾਂ ਤੱਕ, ਚਾਹੇ ਪੀਜੀਆਈ ਹੈ ਜਾਂ ਹੋਰ ਕੋਈ ਵੀ ਨਜ਼ਦੀਕੀ ਹਸਪਤਾਲ ਤੱਕ ਇਹਨਾਂ ਪੇਸ਼ੈਂਟਸ ਨੂੰ ਉੱਥੇ ਪਹੁੰਚਾਉਂਦਾ, ਤਾਂ ਉਹਨਾਂ ਨੂੰ ਕਿਹੜੀਆਂ ਚੀਜ਼ਾਂ ਧਿਆਨ 'ਚ ਰੱਖਣ ਦੀ ਲੋੜ ਹੈ, ਤਾਂ ਜੋ ਜਿਹੜੇ ਉਹ ਸ਼ੁਰੂਆਤੀ ਜਿਹੜੇ ਮਿੰਟ ਹੁੰਦੇ ਨੇ ਬੜੇ ਕਰੂਸ਼ੀਅਲ ਹੁੰਦੇ ਨੇ, ਤਾਂ ਉਸ ਵੇਲੇ ਹੀ ਜਿਹੜੀ ਹੈਗੀ ਆ ਉਹਨਾਂ ਦੀ ਦੇਖਭਾਲ ਆ ਉਹ ਚੰਗੇ ਤਰੀਕੇ ਦੇ ਨਾਲ ਹੋ ਸਕੇ। ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ, ਬਾਬੂ ਸ਼ਾਹੀ ਟਾਈਮਸ।